ਸਿੱਧੂ ਦੇ ਘਰੋਂ ਆਈ ਹਾਂ ਐਂਡ ਉਹਦੀ ਮਾਤਾ ਤੇ ਉਹਦੇ ਫਾਦਰ ਨੂੰ ਦੇਖਿਆ ਨਹੀਂ ਜਾਂਦਾ ਸੀ। ਫਾਰਮੈਲਿਟੀਆਂ ਕਰਨੀਆਂ ਬੰਦ ਕਰੋ, ਹੱਥ ਜੋੜ ਕੇ ਰੈਸਟ ਇਨ ਪੀਸ ਕਹਿਣਾ। ਸਿੱਧੂ ਮੂਸੇਵਾਲਾ ਖਤਮ ਹੋ ਗਿਆ, ਪਰ ਉਸ ਦਾ ਨਾਮ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਗਿਆ। ਸਿੱਧੂ ਮੂਸੇਵਾਲੇ ਦੇ ਪਿਤਾ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ। ਉਹਨਾਂ ਦੀ ਹਾਲਤ ਦੇਖੀ ਨਹੀਂ ਜਾਂਦੀ ਸੀ। ਭਾਵੇਂ ਉਹਨਾਂ ਨੇ ਪੱਟਾਂ 'ਤੇ ਹੱਥ ਮਾਰ ਕੇ ਆਪਣੇ ਪੁੱਤ ਦੇ ਸਟਾਈਲ ਦੇ ਵਿੱਚ ਉਸ ਨੂੰ ਯਾਦ ਕੀਤਾ। ਉਹਦੇ ਸਿਰ 'ਤੇ ਸਿਹਰਾ ਬੰਨ੍ਹਿਆ ਅਤੇ ਮਾਂ ਨੇ ਉਸ ਦੀਆਂ ਵਾਲ ਗੁੰਦੇ। ਪਰ ਇਹ ਪੀੜਾ, ਇਹ ਦੁੱਖ, ਉਸ ਸਿਹਰਾ ਸਜਾਣਾ ਅਤੇ ਸਾਰੀਆਂ ਰਸਮਾਂ ਕਰਨੀਆਂ ਉਦੋਂ ਹੋਣੀਆਂ ਸੀ ਜਦੋਂ ਇਸ ਮੁੰਡੇ ਦਾ ਵਿਆਹ ਧਰਨਾ ਸੀ, ਜਦੋਂ ਉਹਨੇ ਘੋੜੀ ਚੜ੍ਹਨਾ ਸੀ ਅਤੇ ਭਵਾਨੀਗੜ੍ਹ ਦੇ ਪਿੰਡ ਸੰਗਰੇੜੀ ਜਾਣਾ ਸੀ ਆਪਣੀ ਉਸ ਮੰਗੇਤਰ ਦੇ ਕੋਲ ਉਹਨੂੰ ਵਿਆਹਣ ਵਾਸਤੇ। ਉਹਦੇ ਨਾਲ ਹੀ ਉਸ ਕੁੜੀ ਨੇ ਮੂਸੇ ਪਿੰਡ ਦੀ ਜੂ ਵੜਨਾ ਸੀ। ਪਰ ਇਹ ਸਭ ਕੁਝ ਸੁਪਨਾ ਬਣ ਕੇ ਹੀ ਰਹਿ ਗਿਆ। ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਮੌਕੇ ਉੱਘੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ। ਅੰਤਿਮ ਯਾਤਰਾ ਦੇ ਵਿੱਚ ਮਾਤਾ ਪਿਤਾ ਤੋਂ ਇਲਾਵਾ ਲੱਖਾਂ ਹਜ਼ਾਰਾਂ ਲੋਕ ਇੱਥੇ ਰੋਂਦੇ ਦਿਖਾਈ ਦਿੱਤੇ। ਪਰ ਇਸ ਮੌਕੇ 'ਤੇ ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਇੱਕ ਬੇਨਤੀ ਕੀਤੀ ਗਈ ਉਹਨਾਂ ਦਰਿੰਦਿਆਂ ਗੈਂਗਸਟਰਾਂ ਨੂੰ। ਕਿਹਾ ਗਿਆ ਕਿ ਇੱਕ ਬੇਨਤੀ ਹੈ ਮਾਰਨ ਵਾਲਿਆਂ ਨੂੰ, ਕਿਰਪਾ ਕਰਕੇ ਇੱਕ ਇੱਕ ਗੋਲੀ ਮਾਂ-ਬਾਪ ਨੂੰ ਵੀ ਮਾਰ ਦਿਆ ਕਰੋ, ਕਿਉਂਕਿ ਅੰਦਰੋਂ ਤਾਂ ਉਹ ਉਂਝ ਹੀ ਮਰ ਜਾਂਦੇ ਨੇ। ਉਹਨਾਂ ਦੀ ਵੀ ਮੁਕਤੀ ਕਰ ਦਿਆ ਕਰੋ। ਕਿਰਪਾ ਕਰਕੇ ਅੱਗੇ ਤੋਂ ਧਿਆਨ ਰੱਖਿਓ। ਸਿੱਧੂ ਦੀ ਅੰਤਿਮ ਯਾਤਰਾ ਦੌਰਾਨ ਉਸਦੇ ਪਿਤਾ ਨੇ ਭਾਵੁਕ ਹੋ ਕੇ ਆਪਣੀ ਪੱਗ ਲਾ ਦਿੱਤੀ, ਲੋਕਾਂ ਦੇ ਪਿਆਰ ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਸਿੱਧੂ ਦੇ ਮਾਤਾ ਪਿਤਾ ਦੇ ਵੱਲੋਂ ਉਸ ਦੀ ਅੰਤਿਮ ਯਾਤਰਾ ਤੋਂ ਪਹਿਲਾਂ ਉਸ ਨੂੰ ਕਿੰਜ ਤਿਆਰ ਕੀਤਾ ਗਿਆ, ਉਹ ਸਾਰੀਆਂ ਗੱਲਾਂ ਦੇਖ ਕੇ ਰੋਣਾ ਆ ਜਾਂਦਾ। ਮਾਂ ਨੇ ਵਾਲ ਵਾਹੇ, ਪਿਓ ਨੇ ਸਿੱਧੂ ਦੇ ਪੱਗ ਬੰਨੀ। ਲਾੜੇ ਦੇ ਵਾਂਗ ਲਾਲ ਪੱਗ ਬੰਨ੍ਹ ਕੇ ਸਿੱਧੂ ਮੂਸੇਵਾਲੇ ਨੂੰ ਸਜਾਇਆ ਗਿਆ, ਸਿਹਰਾ ਬੰਨ੍ਹਿਆ ਗਿਆ। ਪਰ ਇਹ ਦਿਲ ਦਹਿਲਾਉਣ ਵਾਲੀ ਸਾਰਾ ਮਾਹੌਲ ਜਿਹੜਾ ਖੁਸ਼ਨੁਮਾਈ ਦੇ ਵਿੱਚ ਹਰ ਕੋਈ ਦੇਖਣਾ ਚਾਹੁੰਦਾ ਸੀ, ਅੱਜ ਗਮਗੀਨ ਹੋ ਕੇ ਇਸ ਗੱਲ ਨੂੰ ਝੱਲ ਨਹੀਂ ਪਾ ਰਿਹਾ ਸੀ ਕਿ ਆਖਿਰਕਾਰ ਇਸ ਪੰਜਾਬੀ ਸਿੰਗਰ ਦੇ ਨਾਲ ਹੋ ਕੀ ਗਿਆ। ਲੋਕਾਂ ਦੇ ਭੀੜ ਦੇ ਵਿੱਚੋਂ ਭੁੱਬਾਂ ਮਾਰਨ ਦੀ, ਰੋਣ ਦੀ, ਚੀਕਣ ਦੀ ਆਵਾਜ਼ ਕਾਫੀ ਦੇਰ ਤੱਕ ਆਉਂਦੀ ਰਹੀ। ਮਾਂ ਆਪਣੇ ਪੁੱਤ ਨੂੰ ਲਗਾਤਾਰ ਨਿਹਾਰ ਰਹੀ ਸੀ, ਪਿਤਾ ਰੋ ਰਿਹਾ ਸੀ। ਮਾਂ ਆਪਣੀ ਚੁੰਨੀ ਨਾਲ ਬਾਰ-ਬਾਰ ਉਸਦੇ ਹੰਝੂ ਪੂੰਝਦੀ ਵੀ ਨਜ਼ਰ ਆਈ। ਸਮਰਥਕਾਂ ਦੇ ਵਿੱਚ ਜਿੱਥੇ ਸਰਕਾਰ ਦੇ ਖਿਲਾਫ ਗੁੱਸਾ ਸੀ, ਉੱਥੇ ਹੀ ਗੈਂਗਸਟਰਾਂ ਦੇ ਖਿਲਾਫ ਵੀ ਸੀ। ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਜਾਂ ਇਹ ਖੁਦ ਆਪਸ 'ਚ ਇੱਕ ਦੂਜੇ ਨੂੰ ਖਤਮ ਕਰ ਦੇਣ। ਜਿਹੜਾ ਦ੍ਰਿਸ਼ ਅੱਜ ਦੇਖਣ ਨੂੰ ਮਿਲਿਆ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ, ਉੱਥੋਂ ਬਹੁਤ ਗੱਲਾਂ ਸਾਹਮਣੇ ਆਈਆਂ। ਹਸਪਤਾਲ ਦੇ ਵਿੱਚ ਹੀ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਦੇਹ 'ਤੇ ਦਸਤਾਰ ਸਜਾਈ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਇਸ ਮੌਕੇ ਪਹੁੰਚੇ। ਵੱਡੀਆਂ ਉੱਘੀਆਂ ਸ਼ਖਸੀਅਤਾਂ ਇੱਥੇ ਰੋਂਦੀਆਂ ਦਿਖੀਆਂ। ਲੋਕਾਂ ਨੂੰ ਹਸਾਉਣ ਵਾਲੇ ਕਈ ਕਮੇਡੀਅਨਸ ਆਪਣੀ ਅੱਖਾਂ ਦੇ ਵਿੱਚ ਹੰਝੂ ਲੈ ਕੇ ਕਹਿੰਦੇ ਸੁਣਾਈ ਦਿੱਤੇ ਕਿ ਮੈਂ ਤਾਂ ਉਹਦੇ ਵਿਆਹ 'ਤੇ ਆਉਣਾ ਚਾਹੁੰਦਾ ਸੀ, ਪਰ ਉਹਨੇ ਮੈਨੂੰ ਇੰਜ ਬੁਲਾ ਲਿਆ। ਆਖਰੀ ਵਾਰ ਕਿਵੇਂ ਸਿੱਧੂ ਮੂਸੇਵਾਲੇ ਨੂੰ ਮਿਲੇ, ਹਰ ਕੋਈ ਆਪਣਾ ਦਰਦ ਬਿਆਨ ਇੰਜ ਕਰ ਰਿਹਾ ਸੀ। ਸੋਨੀਆ ਮਾਨ ਦੀ ਅੱਖਾਂ ਦੇ ਵਿੱਚ ਵੀ ਹੰਝੂ ਸੀ। ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਵਿੱਚ ਖੁਦ ਨੂੰ ਦਲੇਰ ਦੱਸਦੇ ਹੀ ਨਹੀਂ, ਸਗੋਂ ਉਹ ਅਸਲ ਜ਼ਿੰਦਗੀ ਦੇ ਵਿੱਚ ਵੀ ਦਲੇਰੀ ਨਾਲ ਭਰੇ ਹੋਏ ਸੀ। ਆਖਰੀ ਪਲਾਂ ਦੇ ਵਿੱਚ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਡਰਦੇ ਨਹੀਂ। ਆਪਣੇ ਆਖਰੀ ਸਾਹ ਤੱਕ ਉਹਨਾਂ ਨੇ ਲੜਾਈ ਲੜੀ, ਹਮਲਾਵਰਾਂ ਦੇ ਨਾਲ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਇਸ ਗੱਲ ਦਾ ਖੁਲਾਸਾ ਸਿੱਧੂ ਮੂਸੇਵਾਲੇ ਦੇ ਨਾਲ ਉਸਦੀ ਥਾਰ ਗੱਡੀ ਦੇ ਵਿੱਚ ਸਵਾਰ ਉਸਦੇ ਕਰੀਬੀ ਸਾਥੀ ਨੇ ਕੀਤਾ, ਜੋ ਕਿ DMC ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ। ਦੋਸਤਾਂ ਦੇ ਵੱਲੋਂ ਦੱਸਿਆ ਗਿਆ ਕਿ ਮੂਸੇਵਾਲਾ ਨੇ ਹਮਲਾਵਰਾਂ ਨੂੰ ਸਾਹਮਣੇ ਦੇਖ ਡਰਨ ਦੀ ਬਜਾਏ ਆਪਣੀ ਲਾਇਸੈਂਸੀ ਹਥਿਆਰ ਦੇ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਪਰ ਦੋਸ਼ੀਆਂ ਦੀ ਗਿਣਤੀ ਜ਼ਿਆਦਾ ਸੀ ਅਤੇ ਉਹਨਾਂ ਦੇ ਕੋਲ ਹਥਿਆਰ ਵੀ ਆਧੁਨਿਕ ਸੀ, ਜਿਸ ਸਦਕਾ ਉਹ ਉਸ ਦਾ ਮੁਕਾਬਲਾ ਨਹੀਂ ਕਰ ਪਾਏ। ਦੋਸ਼ੀਆਂ ਨੇ ਸਿੱਧੂ ਮੂਸੇਵਾਲੇ ਦੀ ਕਾਰ ਨੂੰ ਚਾਰੇ ਪਾਸਿਓਂ ਘੇਰਾ ਪਾਇਆ, ਤਾਬੜਤੋੜ ਗੋਲੀਆਂ ਚਲਾਈਆਂ ਅਤੇ ਗੋਲੀਆਂ ਥਾਰ ਦੇ ਟਾਇਰਾਂ 'ਤੇ ਵੀ ਮਾਰੀਆਂ ਸੀ ਤਾਂ ਕਿ ਉਹ ਭੱਜ ਨਾ ਸਕੇ। ਸਿੱਧੂ ਮੂਸੇਵਾਲੇ ਦੇ ਸਰੀਰ ਨੂੰ ਪੂਰੀ ਤਰ੍ਹਾਂ ਦੇ ਨਾਲ 24 ਗੋਲੀਆਂ ਲੱਗੀਆਂ ਸਨ। 30 ਰਾਊਂਡ ਫਾਇਰ ਕੀਤੇ ਗਏ ਸਨ। ਪੂਰੇ ਤਰ੍ਹਾਂ ਸਰੀਰ ਛੱਲੀ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਨੇ ਮੌਕੇ 'ਤੇ ਹੀ
ਦਮ ਤੋੜ ਦਿੱਤਾ ਸੀ। ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਸੀ ਉਹ, ਅਤੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਜ਼ਰੂਰ ਲਿਜਾਂਦਾ ਜਾ ਰਿਹਾ ਸੀ, ਪਰ ਉਹ ਬੇਸੁੱਧ ਹੋ ਚੁੱਕਿਆ ਸੀ ਪਹਿਲਾਂ ਹੀ। ਗੁਰਵਿੰਦਰ ਸਿੰਘ ਦੇ ਮੁਤਾਬਕ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰ ਪਹੁੰਚੇ ਤਾਂ ਸਭ ਤੋਂ ਪਹਿਲਾਂ ਪਿੱਛੋਂ ਇੱਕ ਫਾਇਰ ਹੋਇਆ ਸੀ ਅਤੇ ਇੱਕ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਆ ਕੇ ਰੁਕੀ। ਪਿੱਛੇ ਵਾਲਾ ਫਾਇਰ ਉਸ ਦੀ ਬਾਂਹ ਤੇ ਲੱਗਾ ਅਤੇ ਉਹ ਹੇਠਾਂ ਝੁਕ ਗਿਆ। ਉਦੋਂ ਇੱਕ ਹਮਲਾਵਰ ਤਾਬੜਤੋੜ ਫਾਇਰ ਕਰਦਾ ਹੋਇਆ ਗੱਡੀ ਦੇ ਸਾਹਮਣੇ ਆ ਗਿਆ। ਮੂਸੇਵਾਲੇ ਨੇ ਵੀ ਆਪਣੀ ਪਿਸਤੌਲ ਦੇ ਨਾਲ ਜਵਾਬ ਦੇ ਵਿੱਚ ਫਾਇਰ ਕੀਤੇ ਸਨ, ਪਰ ਸਾਹਮਣੇ ਵਾਲੇ ਹਮਲਾਵਰ ਦੇ ਕੋਲ ਆਟੋਮੈਟਿਕ ਗਨ ਹੋਣ ਦੇ ਕਾਰਨ ਉਹ ਲਗਾਤਾਰ ਫਾਇਰਿੰਗ ਕਰ ਰਿਹਾ ਸੀ। ਜਿਵੇਂ ਹੀ ਸਿੱਧੂ ਮੂਸੇਵਾਲਾ ਨੇ 2 ਫਾਇਰ ਕੀਤੇ ਤਾਂ ਉਸ ਦੇ ਤਿੰਨੋਂ ਪਾਸਿਓਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਹੁਣੇ ਮੈਂ ਸਿੱਧੂ ਦੇ ਘਰੋਂ ਆਈ ਹਾਂ ਐਂਡ ਉਹਦੀ ਮਾਤਾ ਤੇ ਉਹਦੇ ਫਾਦਰ ਨੂੰ ਦੇਖਿਆ ਨਹੀਂ ਜਾਂਦਾ ਸੀ। ਸੋ ਗੁਰਵਿੰਦਰ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਇੱਕ ਵਾਰ ਗੱਡੀ ਕੱਲ੍ਹ ਦਾ ਭਜਾਉਣ ਮੈਂ ਦੀ ਇਹੀ ਕੋਸ਼ਿਸ਼ ਦੇਖਿਆ ਕੀਤੀ, ਪਰ ਉਹਨਾਂ ਨੂੰ ਕਿ ਦੋਵਾਂ ਸਾਡੀ ਪਾਸਿਓਂ ਤੋਂ ਸਾਰੀ ਘੇਰਾ ਪਾਇਆ ਹੋਇਆ ਸੀ। ਇੰਡਸਟਰੀ ਨੇ ਇਸ ਤੋਂ ਬਾਅਦ ਉਸਨੇ ਬਿਨਾਂ ਡਰੇ ਰੈਸਟ ਇਨ ਪੀਸ ਹੱਥ ਜੋੜ ਕੇ ਮਾਂ ਦਾ ਪੁੱਤ ਚਲਾ ਗਿਆ, ਪਰ ਸਾਹਮਣੇ ਤੋਂ ਸਾਰਿਆਂ ਨੇ ਇਹ ਚੀਜ਼ ਪਾਈ ਹੈ ਆਪਣੇ ਆਪਣੇ ਅੰਤਲੇ ਸਮੇਂ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਕਿਸੇ ਤੋਂ ਡਰਿਆ ਨਹੀਂ। ਕਿਸੇ ਨੇ ਵੀ ਦਲੇਰੀ ਦੇ ਨਾਲ ਉਸਨੇ ਵਿਰੋਧੀਆਂ ਦਾ ਹਮਲਾਵਰਾਂ ਦਾ ਪਾਇਆ ਜਾਂ ਇਹ ਨਹੀਂ ਕਿਹਾ ਵੀ ਉਹਦਾ ਕਤਲ ਹੋਇਆ ਆ ਤੇ ਉਹਦਾ ਇਨਸਾਫ ਚਾਹੀਦਾ ਆ। ਇਹ ਸਾਡੀ ਇੰਡਸਟਰੀ ਆ। ਜੇ ਆਪਾਂ ਕਿਸੇ ਦੇ ਦੁੱਖ ਦੇ ਟਾਈਮ, ਉਹ ਮਾਂ ਪਿਓ ਦਾ ਕੱਲਾ ਪੁੱਤ ਸੀਗਾ ਜਿਹੜਾ ਚਲੇ ਗਿਆ, ਉਹ ਮਾਂ ਅੱਜ ਰੋਂਦੀ ਕਰਲਾਉਂਦੀ ਸੀਗੀ, ਦੇਖੀ ਨਹੀਂ ਜਾਂਦੀ ਸੀਗੀ। ਔਰ ਅੱਜ ਵੀ ਉਹਨੇ ਇਹੀ ਕਿਹਾ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਜੋ 2 ਗੈਂਗਸਟਰ ਗਰੁੱਪ ਨੇ ਆਪਸ ਵਿੱਚ ਸਮਝੌਤਾ ਕਰ ਲੈਣ, ਕਿਸੇ ਹੋਰ ਮਾਂ ਦਾ ਪੁੱਤ ਨਾ ਜਾਵੇ। ਇੰਨਾ ਜਿਗਰਾ ਸੀਗਾ ਉਸ ਮਾਂ ਦੇ ਵਿੱਚ, ਉਹਨੇ ਆਹ ਗੱਲ ਕਹੀ ਉੱਤੇ ਖਲੋਤੇ। ਉਸਦੇ ਫਾਦਰ ਨੇ ਕਿਹਾ ਕਿ ਇਸ ਤੋਂ ਚੰਗਾ ਮੈਂ ਮਜ਼ਦੂਰ ਹੀ ਰਹਿੰਦਾ। ਮੈਂ ਕਦੀ ਵੀ ਨਹੀਂ ਚਾਹੁੰਦਾ ਸੀਗਾ ਕਿ ਮੇਰਾ ਮਤਲਬ ਇਸ ਵੇਲੇ ਮੈਨੂੰ ਆਪਣੇ ਪੁੱਤ ਨੂੰ ਐਵੇਂ ਦੇਖਣਾ ਪਊਗਾ। ਉਹਨਾਂ ਦਾ ਕਹਿਣਾ ਸੀਗਾ ਕਿ ਕਦੀ ਇਹ ਵੇਖ ਕੇ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਦਾ ਪੁੱਤ ਵੀ ਇੰਨੀ ਤਰੱਕੀ ਨਾ ਕਰੇ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆ ਜਾਏ, ਕਿ ਭਰੀ ਜਵਾਨੀ ਦੇ ਵਿੱਚ ਮਾਂ ਪਿਓ ਨੂੰ ਉਹਦਾ ਅੰਤਿਮ ਸੰਸਕਾਰ ਕਰਨਾ ਪੈ ਜੇ। ਅੱਜ ਉਹਦੇ ਮਾਂ ਪਿਓ ਨੂੰ ਨਹੀਂ ਦੇਖਿਆ ਜਾਂਦਾ ਸੀਗਾ, ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਪੰਜਾਬ ਦੀ ਜਨਤਾ ਕੋਲੋਂ, ਪੰਜਾਬ ਦੇ ਸੋ ਕਾਲਡ ਆਰਟਿਸਟਾਂ ਕੋਲੋਂ, ਕਿ ਤੁਸੀਂ ਫੋਟੋਆਂ ਪਾ ਕੇ ਹੱਥ ਜੋੜ ਕੇ ਰੈਸਟ ਇਨ ਪੀਸ ਲਿਖ ਦਿੰਦੇ ਹੋ, ਇਸ ਤੋਂ ਚੰਗਾ ਜਸਟਿਸ ਮੰਗੋ। ਜੇ ਤੁਹਾਡੀ ਆਵਾਜ਼ ਦੇ ਵਿੱਚ ਤੇ ਤੁਹਾਡੇ ਪੇਜਾਂ ਦੇ ਵਿੱਚ, ਬਲੂ ਟਿੱਕਾਂ ਦੇ ਵਿੱਚ ਇੰਨੀ ਕੁ ਪਾਵਰ ਹੈਗੀ ਆ ਤੇ ਤੁਸੀਂ ਗਵਰਨਮੈਂਟ ਕੋਲੋਂ ਜਸਟਿਸ ਮੰਗ ਸਕਦੇ ਹੋ। ਇੱਕ ਤੋਂ ਬਾਅਦ ਦੂਜੀ ਵਾਰੀ, ਦੂਜੇ ਤੋਂ ਬਾਅਦ ਤੀਜੇ ਦੀ ਵਾਰੀ। ਤੁਸੀਂ ਕੁਝ ਸੋਸ਼ਲ ਵੀ ਕਰ ਸਕਦੇ ਹੋ, ਚੰਗਾ ਵੀ ਕਰ ਸਕਦੇ ਹੋ। ਆਪਾਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਬਣਾਉਂਦੇ ਆ, ਵੇਖਦੇ ਆ, ਬਸ। ਵਿੱਕੀ ਮਿੱਡੂ ਖੇੜਾ ਨੂੰ ਗੋਲੀਆਂ ਵੱਜ ਗਈਆਂ, ਬਸ ਰੈਸਟ ਇਨ ਪੀਸ ਹੱਥ ਜੋੜ ਕੇ। ਉਸ ਤੋਂ ਬਾਅਦ ਉਹਨਾਂ ਦੀ ਪਾਰਟੀ ਵਾਲੇ ਕੈਂਡਲ ਮਾਰਚ ਕੱਢ ਦਿੰਦੇ ਆ, ਦੈਟਸ ਇਟ। ਉਸ ਤੋਂ ਬਾਅਦ ਕਬੱਡੀ ਪਲੇਅਰ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਆ, ਰੈਸਟ ਇਨ ਪੀਸ ਹੱਥ ਜੋੜ ਕੇ। ਜਸਟਿਸ ਦੀ ਮੰਗ ਕੌਣ ਕਰੂਗਾ? ਕਿੰਨੇ ਦਿਨ ਪਹਿਲੋਂ ਸਿੱਧੂ ਨੂੰ ਧਮਕੀਆਂ ਆ ਰਹੀਆਂ ਸੀਗੀਆਂ, ਹੁਣ ਮਨਕੀਰਤ ਨੂੰ ਧਮਕੀਆਂ ਆ ਰਹੀਆਂ ਨੇ। ਕਿੱਥੇ ਹੈ ਇੰਡਸਟਰੀ? ਕਿਉਂ ਨਹੀਂ ਖਲੋਂਦਾ ਕੋਈ ਕਿਸੇ ਵਾਸਤੇ? ਸਿਰਫ ਸਾਰਿਆਂ ਨੂੰ ਆਪਣੀ ਪਈ ਆ। ਅੱਜ ਜੇ ਤੁਸੀਂ ਵੀ ਮੇਰੇ ਵਾਂਗੂ ਉਸ ਮਾਂ ਨੂੰ ਦੇਖਿਆ ਹੁੰਦਾ, ਉਸ ਪਿਓ ਨੂੰ ਵੇਖਿਆ ਹੁੰਦਾ, ਤੇ ਤੁਹਾਡਾ ਵੀ ਇਹੀ ਹਾਲ ਹੋਣਾ ਸੀਗਾ ਜੋ ਮੈਂ ਗੱਲ ਕਰ ਰਹੀ ਹਾਂ। ਸੋਸ਼ਲ ਮੀਡੀਆ ਦੇ ਉੱਤੇ ਆ ਕੇ ਫਾਰਮੈਲਿਟੀਆਂ ਕਰਨੀਆਂ ਬੰਦ ਕਰੋ, ਹੱਥ ਜੋੜ ਕੇ ਰੈਸਟ ਇਨ ਪੀਸ ਕਹਿਣਾ। ਜੇ ਸੱਚੀ ਮੁੱਚੀ ਕਿਸੇ ਵਾਸਤੇ ਕਰਨਾ ਚਾਹੁੰਦੇ ਹੋ ਤੇ ਜਸਟਿਸ ਦੀ ਡਿਮਾਂਡ ਕਰੋ ਗਵਰਨਮੈਂਟ ਕੋਲੋਂ। ਡਿਮਾਂਡ ਕਰੋ ਕਿ ਇਹ ਜਿੰਨੇ ਗੈਂਗਸਟਰ ਗਰੁੱਪ ਆਏ ਖਤਮ ਹੋਣੇ ਚਾਹੀਦੇ ਆ। ਮਾਵਾਂ ਦੇ ਪੁੱਤ ਨਹੀਂ ਮਰਨੇ ਚਾਹੀਦੇ। ਕਦੀ ਇੱਕ ਨੂੰ ਧਮਕੀ ਦੇਣਾ,
ਕਦੇ ਦੂਜੇ ਨੂੰ ਧਮਕੀ ਦੇਣਾ। ਆਪਾਂ ਕਿਹੜੇ ਦੇਸ਼ 'ਚ ਰਹਿ ਰਹੇ ਹਾਂ ਜਿੱਥੇ ਲਾਅ ਐਂਡ ਆਰਡਰ ਕੋਈ ਨਹੀਂ ਹੈਗਾ, ਜਿੱਥੇ AK-47 ਤੋਂ ਵੀ ਉੱਤੇ ਦੀਆਂ ਗੰਨਾਂ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ, ਇੰਟੈਲੀਜੈਂਸ CID ਕਿਤੇ ਨਹੀਂ ਹੈਗੀ। ਕੀ ਗੱਲ ਸਾਨੂੰ ਸਮਝ ਨਹੀਂ ਲੱਗਦੀ ਕਿ ਜੇਲ੍ਹਾਂ ਦੇ ਵਿੱਚੋਂ ਕਤਲ ਕਰਵਾਏ ਜਾਂਦੇ ਨੇ ਔਰ ਗਵਰਨਮੈਂਟ ਦੀ ਸ਼ਹਿ ਤੋਂ ਬਿਨਾ ਜਾਂ ਪੋਲਿਟਿਕਸ ਵਿੱਚ ਇਨਵੋਲਵ ਨਹੀਂ ਹੈਗੀ। ਕੀ ਆਪਾਂ ਇਹ ਲੋਕੀ ਅੰਨੇ ਆ? ਕਿੰਨੀਆਂ ਹੋਰ ਮਾਵਾਂ ਦੇ ਪੁੱਤ ਜਾਣਗੇ ਸਭ ਕੁਝ ਤੇ ਪਿੱਛੇ। ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ, ਇਸ ਕਰਕੇ ਮੈਂ ਡਰਦੀ ਪਿੱਛੇ। ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ, ਇਸ ਕਰਕੇ ਮੈਂ ਡਰਦੀ ਨਹੀਂ। ਇਸ ਕਰਕੇ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਆ ਕੇ ਇਹ ਗੱਲ ਕਹਿ ਰਹੀ ਹਾਂ। ਜੇ ਜਿਗਰਾ ਹੈਗਾ ਹੈ ਨਾ, ਜਸਟਿਸ ਦੀ ਡਿਮਾਂਡ ਕਰੋ। ਇੱਕ ਦੋਸਤ ਖੋਇਆ, ਦੂਜਾ ਨਹੀਂ ਖੋਣਾ ਚਾਹੁੰਦੇ ਅਸੀਂ। ਸ਼ਰੇਆਮ ਧਮਕੀਆਂ ਮਨਕੀਰਤ ਨੂੰ ਆ, ਹੁਣ ਫਿਰ ਕਿਸੇ ਹੋਰ ਦਾ ਨੰਬਰ ਲੱਗੂਗਾ। ਮੇਰੀ ਹੱਥ ਜੋੜ ਕੇ ਬੇਨਤੀ ਆ ਪੰਜਾਬ ਗਵਰਨਮੈਂਟ ਨੂੰ, ਪੰਜਾਬ ਦੇ ਲੋਕਾਂ ਨੂੰ, ਔਰ ਖਾਸ ਕਰਕੇ ਇਹ ਫੇਕ ਇੰਡਸਟਰੀ ਦੇ ਲੋਕਾਂ ਨੂੰ ਜਿਹੜੇ ਸਿਰਫ ਰੈਸਟ ਇਨ ਪੀਸ ਹੱਥ ਜੋੜ ਕੇ ਕਹਿ ਦਿੰਦੇ ਆ ਔਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਸਟਿਸ ਦੀ ਡਿਮਾਂਡ ਕਰੋ। ਅੱਜ ਉਹ ਮਾਂ ਦਾ ਪੁੱਤ ਗਿਆ, ਕੱਲ ਨੂੰ ਤੁਹਾਡੀ ਵੀ ਵਾਰੀ ਆ ਸਕਦੀ ਆ, ਤੁਹਾਡੀ ਵੀ ਮਾਂ ਹੋ ਸਕਦੀ ਆ। ਇਸ ਕਰਕੇ ਸੱਚ ਦਾ ਸਾਥ ਦੇਣਾ ਸਿੱਖੋ। ਮਾਵਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ, ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ। ਮੈਂ ਸਿਰਫ ਇੱਕੋ ਇਹੀ ਗੱਲ ਕਹਿਣੀ ਸੀ, ਕਿਉਂਕਿ ਉਹ ਇੱਕ ਉੱਜੜਦਾ ਹੋਇਆ ਘਰ ਵੇਖ ਕੇ ਆਈ ਅੱਜ ਮੈਂ। ਜੇ ਪੰਜਾਬ ਦੀ ਜਨਤਾ ਨੂੰ ਫਿਕਰ ਆ ਪੰਜਾਬ ਦੀ, ਆਪਣੇ ਪੇਜਾਂ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ। ਜਸਟਿਸ ਦੀ ਡਿਮਾਂਡ ਕਰੋ ਗਵਰਨਮੈਂਟ ਕੋਲੋਂ। ਇਹ ਗੈਂਗਸਟਰਸ ਨੂੰ, ਗੈਂਗਸਟਰਿਜ਼ਮ ਨੂੰ ਖਤਮ ਕਰਨ ਦੀ ਡਿਮਾਂਡ ਕਰੋ। ਹੋਰ ਮਾਂ ਦੇ ਪੁੱਤ ਨਹੀਂ ਜਾਣੇ ਚਾਹੀਦੇ, ਮੇਰੀ ਇਹੀ ਬੇਨਤੀ ਆ।